ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਮਤਿ ਵੈਦਿਕ ਪ੍ਰਣਾਲੀ ਚੈਨਲ ਤੇ ਪੋਥੀ ਪਰਮੇਸ਼ਰ ਕਾ ਥਾਨ ਵਿੱਚ ਦਰਜ ਜਪ ਸਿਰਲੇਖ ਦੀ ਜੋ ਬਾਣੀ ਹੈ, ਜੋ ਕਿ ਪਹਿਲੀ ਬਾਣੀ ਹੈ, ਉਸ ਦੀਆਂ 38 ਪੌੜੀਆਂ ਹਨ ਤੇ ਇੱਕ ਸ਼ਲੋਕ ਆਰੰਭ ਵਿੱਚ ਹੈ, ਇੱਕ ਸ਼ਲੋਕ ਜੋ ਹੈ ਉਹਦੇ ਆਖਿਰ ਵਿੱਚ ਹੈ। ਅੱਜ ਆਪਾਂ ਉਸ ਦੀ 12ਵੀਂ ਪੌੜੀ ਦੀ ਵਿਚਾਰ ਲੈ ਕੇ ਹਾਜ਼ਰ ਹੋਏ ਹਾਂ। ਪੌੜੀ ਦੀ ਜੋ ਬਣਤਰ ਹੈ, ਜੋ ਉਪਦੇਸ਼ ਦਿੱਤਾ ਜਾ ਰਿਹਾ ਹੈ, ਉਹ ਇਸ ਤਰ੍ਹਾਂ ਹੈ। ਮੰਨੇ ਕੀ ਗਤੀ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੈ ਮਨਿ ਕੋਈ। ਹੁਣ ਆਪਾਂ ਇਹਦੀ ਵਿਚਾਰ ਆਰੰਭ ਕਰਦੇ ਹਾਂ। ਪਹਿਲਾਂ ਮੰਨੇ ਸ਼ਬਦ ਦੀ ਆਪਾਂ ਦੇਖਦੇ ਹਾਂ ਕਿ ਮੰਨੇ ਸ਼ਬਦ ਦਾ ਕੋਈ ਹੋਰ ਫਾਰਮ ਸਾਨੂੰ ਮਿਲਦਾ। ਇਹ ਵਰਬ ਹੈ ਤੇ ਵਰਬ ਦੀਆਂ ਦੋ ਕਿਸਮਾਂ ਸਾਨੂੰ ਆਮ ਮਿਲਦੀਆਂ ਹਨ, ਸਿੰਗੂਲਰ ਵਰਬ ਦੀਆਂ। ਮੰਨੇ ਜੋ ਹੈ ਪਾਸਟ ਟੈਂਸ ਹੈ, ਜਿਹੜੇ ਮੰਨ ਚੁੱਕੇ ਹਨ, ਅਤੇ ਮੰਨੈ ਜਿਹੜੇ ਹੁਣ ਮੰਨ ਰਹੇ ਹਨ ਜਾਂ ਮੰਨਣਗੇ। ਇਸ ਤਰ੍ਹਾਂ ਹੀ ਪੇਖੇ ਅਤੇ ਪੇਖੈ, ਬਸੇ ਅਤੇ ਬਸੈ। ਤੇ ਜਿਹੜਾ ਰੋਵੈ ਸ਼ਬਦ ਹੈਗਾ, ਇਹ ਪ੍ਰੈਜ਼ੈਂਟ ਕੰਟੀਨਿਊਸ 'ਚ ਆਉਂਦਾ ਹੈਗਾ, ਪਰ ਇਹਦਾ ਕੋਈ ਇਕੁਇਲੈਂਟ ਪਾਸਟ ਟੈਂਸ ਵਾਲਾ ਸ਼ਬਦ ਗੁਰਬਾਣੀ 'ਚ ਨਹੀਂ ਵਰਤਿਆ। ਰੋਵੇ ਸ਼ਬਦ ਨਹੀਂ ਹੈ। ਇਸ ਤਰ੍ਹਾਂ ਹੀ ਨਾ ਹਸੇ ਹੈ, ਹਸੈ ਹੈਗਾ ਤੇ ਰੋਵੈ ਹੈਗਾ। ਜਿੱਥੇ ਅਸੀਂ ਅਰਥ ਰੋਵੈ ਦੇ ਕਰਨੇ ਹੁੰਦੇ ਆ, ਉੱਥੇ ਪ੍ਰੈਜ਼ੈਂਟ ਕੰਟੀਨਿਊਸ ਕਰੀਦਾ। ਰੋਵੈ ਰਾਮ ਨਿਕਾਲਾ ਪਿਆ, ਕਹਿਣ ਦਾ ਭਾਵ ਵੀ ਜੋ ਨਿਰਾਕਾਰੀ ਰਾਮ ਹੈ ਉਹ ਹੁਣ ਵੀ ਰੋ ਰਿਹਾ ਹੈ, ਪ੍ਰੈਜ਼ੈਂਟ ਕੰਟੀਨਿਊਸ ਹੈ। ਰੋਇਆ ਨਹੀਂ ਸੀ ਉਹ, ਜੋ ਸਾਨੂੰ ਸਮਝਾਇਆ ਹੋਇਆ ਜਿਹੜੀਆਂ ਸਿਮਰਤ ਸ਼ਾਸਤਰ ਹੈ ਉੱਥੇ ਉਹ ਰੋਇਆ ਸੀ, ਪਰ ਗੁਰਮਤਿ ਕਹਿੰਦੀ ਹੈ ਉਹ ਹੁਣ ਵੀ ਰੋ ਰਿਹਾ ਹੈ। ਉਹ ਹੁਣ ਪ੍ਰੈਜ਼ੈਂਟ ਟੈਂਸ 'ਚ ਹੈ, ਸਾਡੇ ਸਭ ਦੇ ਅੰਦਰ ਹੈ। ਰੋਏ ਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਵਾਂਗੂ ਟੀਅਰਸ ਜਾਂ ਹੰਝੂ ਸਿੱਟਦਾ ਹੈ, ਉਹ ਪਛਤਾਵੇ 'ਚ ਹੈ। ਇਸ ਤਰ੍ਹਾਂ ਹੀ ਸੁਣੇ ਅਤੇ ਸੁਣੈ, ਮਰੇ ਅਤੇ ਮਰੈ। ਇਹਦਾ ਖਿਆਲ ਰੱਖਣਾ ਹੈ ਕਿ ਇਹ ਮੰਨੇ ਕੀ ਗਤੀ ਕਹੀ ਨਾ ਜਾਏ ਦੇ ਅਰਥ ਆਪਾਂ ਜਿਹੜੇ ਮੰਨ ਚੁੱਕੇ ਹਨ। ਗੁਰੂ ਨਾਨਕ ਜੀ ਦੇ ਸਾਹਮਣੇ 15 ਭਗਤ ਹਨ ਜੋ ਉਹਨਾਂ ਤੋਂ ਪਹਿਲਾਂ ਮੰਨ ਚੁੱਕੇ ਹਨ। ਕੀ ਮੰਨ ਚੁੱਕੇ ਹਨ, ਇਹਦਾ ਵਿਸਤਾਰ ਆਪਾਂ ਕਰ ਲੈਂਦੇ ਹਾਂ। ਸਤਿਗੁਰ ਬਚਨ ਰਤਨ ਹੈ, ਜੋ ਮੰਨੈ ਸੋ ਹਰ ਰਸ ਖਾਏ। ਕਹਿਣ ਦਾ ਭਾਵ ਸਤਿਗੁਰ ਦੇ ਬਚਨ ਜੋ ਗੁਰਮਤਿ ਹੈ, ਜੋ ਗੁਰਬਾਣੀ ਹੈ, ਉਹ ਮਨ ਨੇ ਮੰਨਣੇ ਹਨ। ਮੰਨਣ ਵਾਲਾ ਚੇਤਨ ਹੁੰਦਾ। ਬਚਨ ਲਿਖੇ ਵੀ ਹੋ ਸਕਦੇ ਹਨ, ਜਿਹੜੇ ਜੜ ਰੂਪ 'ਚ ਜਿਵੇਂ ਆਪਾਂ ਪੜ੍ਹ ਰਹੇ ਹਾਂ ਸਕਰੀਨ ਤੇ ਲਿਖੇ ਹਨ। ਰੱਬ ਕੀ ਰਜਾਏ ਮੰਨੇ, ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ। ਕੀ ਮੰਨਣਾ ਹੈ? ਰੱਬ ਕੀ ਰਜ਼ਾਈ ਮੰਨਣੀ ਹੈ। ਇਸ ਤਰ੍ਹਾਂ ਹੀ ਹੁਕਮ ਮੰਨੇ, ਸਿਰਦਾਰ, ਸਿਰ ਸਮੇਂ, ਕਹਿਣ ਦਾ ਭਾਵ ਪੂਰਨ ਬ੍ਰਹਮ। ਇੱਕ ਸਰਦਾਰ ਸ਼ਬਦ ਆਮ ਵਰਤਿਆ ਜਾਂਦਾ ਜਿਹੜਾ ਕਿ ਗੈਂਗ ਲੀਡਰ ਲਈ ਵਰਤਿਆ ਜਾਂਦਾ, ਪਰ ਇਹ ਸਿਰਦਾਰ ਹੈ, ਉਹਨੂੰ ਸਰਦਾਰ ਕਹਿੰਦੇ ਆਪਾਂ। ਸਾਨੂੰ ਵੀ ਸਿੱਖਾਂ ਨੂੰ ਬਹੁਤ ਵਾਰ ਸਰਦਾਰ ਕਹਿੰਦੇ ਆ, ਉਹ ਪੋਜ਼ਿਟਿਵ ਵਰਡ ਨਹੀਂ ਹੈ। ਸਿਰਦਾਰ ਜੋ ਹੈ ਉਹ ਪੂਰਨ ਬ੍ਰਹਮ ਨੂੰ ਕਿਹਾ ਜਾਂਦਾ। ਦਰ ਦੀ ਬਾਣੀ ਹੈ, ਉਸ ਦੀਵਾਨ ਦੇ ਵਿੱਚ ਉਹਦੀ ਐਂਟਰੀ ਹੈ। ਮੰਨੇ ਨਾਉ, ਇਹ ਦੇਖੋ ਸ਼ਬਦ ਬਿਸੰਖ ਦਰਗਹਿ ਪਾਵਣਾ। ਜਿਹੜੀ ਦਰਗਾਹ ਹੈ ਉੱਥੇ ਬਿਸੰਖ, ਕਹਿਣ ਦਾ ਭਾਵ ਕੋਈ ਗਿਣਤੀ ਨਹੀਂ ਹੈ, ਸੰਖਿਆ ਤੋਂ ਪਰੇ ਆ ਉਹ। ਇੰਨੇ ਪੂਰਨ ਬ੍ਰਹਮ ਉੱਥੇ ਬੈਠੇ ਨੇ ਜਿਹੜੇ ਹੁਕਮ ਚਲਾ ਰਹੇ ਨੇ। ਭਾਣਾ ਮੰਨੇ ਸਦਾ ਸੁਖ ਹੋਈ। ਸੋ ਜੇ ਆਪਾਂ ਇਹਦੀ ਸਮਰਾਈਜ਼ ਕਰੀਏ, ਮੰਨਣ ਲਈ ਕੀ ਕੀ ਚੀਜ਼ਾਂ ਹਨ? ਬਚਨ ਮੰਨਣਾ ਹੈ, ਰਜ਼ਾ ਮੰਨਣੀ ਹੈ, ਹੁਕਮ ਮੰਨਣਾ ਹੈ, ਨਾਉ ਮੰਨਣੀ, ਨਾਉ ਨੂੰ ਵੀ ਮੰਨਣਾ ਹੈ, ਜੋ ਗੁਰਮਤਿ ਦਾ ਗਿਆਨ ਹੈ ਉਹ ਨਾਉ ਹੁੰਦਾ ਹੈ। ਤੇ ਭਾਣਾ ਜੋ ਸਾਡੇ ਨਾਲ ਵਰਤਦਾ, ਉਹਨੂੰ ਹਮੇਸ਼ਾ ਭਲਾ ਕਰਕੇ ਸਮਝਣਾ। ਫਿਰ ਕੀ ਹੁੰਦਾ? ਭਾਣਾ ਮੰਨਣ ਵਾਲੇ ਸਦਾ ਸੁਖ ਹੈ, ਉਹ ਸੁਖ ਸਾਗਰ ਵਿੱਚ ਨਿਵਾਸ ਹੈ। ਇਹ ਸਾਰੀਆਂ ਚੀਜ਼ਾਂ ਜੋ ਮੰਨਣ ਵਾਲੀਆਂ ਦੀਵਾਨ ਵਿੱਚ, ਦਰਗਾਹ ਵਿੱਚ,
ਸੁਖ ਸਾਗਰ 'ਚ ਨਿਵਾਸ ਕਰਾ ਦਿੰਦੀਆਂ। ਮੰਨਣਾ ਮਨ ਨਹੀਂ ਹੈਗਾ, ਮਨਾਉਣਾ ਹੁੰਦਾ ਬੁੱਧੀ ਨੇ। ਹੁਣ ਆਪਾਂ ਅਗਲਾ ਜਿਹੜਾ ਆਪਣੇ ਕੋਲ ਸ਼ਬਦ ਹੈ ਗਤੀ, ਇਹ ਹਮੇਸ਼ਾ ਸਿਹਾਰੀ ਨਾਲ ਹੀ ਲਿਖਿਆ ਜਾਂਦਾ। 2 ਵਾਰ ਇਹ ਬਿਹਾਰੀ ਨਾਲ ਲਿਖਿਆ ਮਿਲਦਾ, ਉੱਥੇ ਰਾਈਮ ਪੂਰੀ ਕਰਨ ਨੂੰ ਹੈ। ਸੋ ਇਹਨੂੰ ਗਤੀ ਪੜ੍ਹਨਾ ਜੋ ਹੈ ਉਹ ਜ਼ਿਆਦਾ ਵਾਜਬ ਹੈ। ਇਹਦੇ ਜੋ ਅਰਥ ਹਨ ਉਹ ਜਨਰਲੀ ਸੋਲਵੇਸ਼ਨ ਲਈ ਆਉਂਦੇ, ਲਿਬਰੇਸ਼ਨ ਲਈ ਆਉਂਦੇ ਨੇ। ਤੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਲਗਭਗ ਇਹਦੇ 14 ਅਰਥ ਕੀਤੇ ਨੇ। ਜਿਹੜੇ ਜ਼ਿਆਦਾ ਢੁਕਵੇਂ ਹਨ ਉਹ ਗਿਆਨ ਜਾਂ ਵਿੱਦਿਆ ਪ੍ਰਾਪਤੀ ਹੈ, ਮੋਖ ਮੁਕਤੀ ਦੀ ਪ੍ਰਾਪਤੀ ਨੂੰ ਗਤੀ ਕਹਿੰਦੇ ਹਾਂ। ਮਨ ਦੇ ਵਿਸ਼ਰਾਮ ਨੂੰ, ਟਿਕਾਓ ਨੂੰ ਵੀ ਗਤੀ ਕਹਿੰਦੇ ਹਾਂ। ਮਨ ਦੀ ਸ਼ੁੱਧੀ ਨੂੰ ਜਾਂ ਪਵਿੱਤਰਤਾ ਨੂੰ ਵੀ ਅਸੀਂ ਗਤੀ ਕਹਿੰਦੇ ਹਾਂ। ਸੋ ਇਹਨਾਂ ਅਰਥਾਂ ਵਿੱਚ ਅਸੀਂ ਗਤੀ ਸ਼ਬਦ ਨੂੰ ਲੈ ਕੇ ਬਾਣੀ ਅਰਥਾਵਾਂਗੇ। ਗੁਰ ਕੈ ਸ਼ਬਦੀ ਮਨ ਜੀਤਿਆ, ਗਤੀ ਮੁਕਤ ਕਰੇ ਮਹਿ ਪਾਈ। ਹੁਣ ਗਤੀ ਦਾ ਅਰਥ ਮੁਕਤੀ ਹੈ। ਇੱਥੇ ਕਹਿਣ ਦਾ ਭਾਵ ਮਨ ਦਾ ਥਿਰ ਹੋ ਜਾਣਾ ਗਤੀ ਹੈ। ਪਹਿਲਾਂ ਚਲਾਏਮਾਨ ਸੀ, ਹਿਰਦੇ 'ਚ ਆਇਆ ਹੈ, ਹਿਰਦੇ 'ਚ ਫਿਰ ਆ ਕੇ ਥਿਰ ਹੋ ਗਿਆ ਹੈ। ਇਹਨੂੰ ਕਹਿੰਦੇ ਗਤੀ ਮੁਕਤੀ। ਇਸ ਤਰ੍ਹਾਂ ਹੀ ਭਗਤਾਂ ਦਾ ਨਾਂ ਲੈ ਕੇ ਦੱਸਿਆ ਹੋਇਆ। ਨਾਮਾ ਛਿੰਬਾ, ਇਹ ਨਹੀਂ ਕਿ ਉਹਨਾਂ ਦੀ ਜਾਤ ਛਿੰਬਾ ਹੈ, ਉਹਨਾਂ ਦੀ ਕਿਰਤ ਹੈ ਛਿੰਬਾ। ਇਸ ਤਰ੍ਹਾਂ ਹੀ ਕਬੀਰ ਦੀ ਕਿਰਤ ਸੀ ਜੋ ਲਾਹਾ। ਇਹਦਾ ਅਸਲੀ ਭਾਵ ਬਣਦਾ ਜਿਹੜਾ ਲਾਹਾ ਲੈ ਕੇ ਚਲੇ ਗਿਆ। ਗੁਰਮੁਖ ਲਾਹਾ ਲੈ ਗਏ, ਕਬੀਰ ਦਾ ਭਾਵ ਗੁਰਮੁਖ ਹੁੰਦਾ। ਅਸੀਂ ਸ਼ਾਇਦ ਸਿਰਫ ਜਾਤ ਦੇ ਹੀ ਨਾਂ ਜਾਣਦੇ ਹਾਂ, ਸਾਨੂੰ ਇਹ ਨਹੀਂ ਪਤਾ ਕਿ ਇਹ ਨਿਰਾਕਾਰੀ ਇਹਨਾਂ ਦੇ ਅਰਥ ਵੀ ਹਨ। ਪੂਰੇ ਗੁਰ ਤੇ ਗਤੀ ਪਾਈ। ਹੁਣ ਗਤੀ ਲਈ ਪੂਰਾ ਗੁਰ ਚਾਹੀਦਾ। ਗੁਰਬਾਣੀ ਹੈ, ਗੁਰਮਤ ਹੈ। ਜਿਹੜਾ ਗੁਰਮੁਖ ਨਾਦੰਗ ਤੋਂ ਗੁਰਮੁਖ ਵੇਦੰਗ ਬਣਦਾ ਉਹ ਪੂਰਾ ਗੁਰ ਹੁੰਦਾ। ਪੂਰੇ ਗੁਰ ਕਾ ਸੁਣ ਉਪਦੇਸ਼, ਉਹ ਉਪਦੇਸ਼ ਨੂੰ ਸੁਣੀਦਾ। ਜੇ ਸੁਣ ਕੇ ਮੰਨ ਲਿਆ ਫਿਰ ਮਨ ਥਿਰ ਹੋ ਜਾਂਦਾ। ਇਹਨੂੰ ਗਤੀ ਪਾਈ ਕਹਿੰਦੇ ਆ। ਬ੍ਰਹਮ ਕੇ ਬੇਤੇ ਸ਼ਬਦ ਪਛਾਣੇ, ਬ੍ਰਹਮ ਨੂੰ ਜਾਣਨ ਵਾਲੇ ਬੇਤੇ ਹੁੰਦੇ ਆ। ਉਹਨਾਂ ਨੇ ਗੁਰ ਕੇ ਗਿਆਨ 'ਚੋਂ ਪਛਾਣ ਲਿਆ ਕਿ ਬ੍ਰਹਮ ਕੀ ਹੁੰਦਾ। ਹਉਮੈ ਜਾਤ ਗਵਾਈ, ਇਸ ਸਰੀਰ ਵਿੱਚ ਜਾਤ ਵਿੱਚ ਰਹਿੰਦੇ ਹੋਏ ਹਉਮੈ ਗਵਾ ਕੇ ਉਹ ਮੁਕਤ ਹੋ ਗਏ। ਮੈਂ ਧਰ ਨਾਮ ਆਧਾਰ ਹੈ, ਹਰੀ ਨਾਮੇ ਤੇ ਗਤੀ ਮਤ। ਜਿਹੜੀ ਮਤ ਹੈ ਮੇਰੀ, ਗਤੀ ਨੂੰ ਮਿਲਣੀ ਹੈ ਔਰ ਉਹਦੇ ਲਈ ਹਰੀ ਨਾਮ ਚਾਹੀਦਾ, ਪੂਰੇ ਗੁਰ ਕਾ ਗਿਆਨ ਚਾਹੀਦਾ। ਤੇ ਉਹੀ ਨਾਮ ਹੈ, ਉਹੀ ਗਿਆਨ ਹੈ, ਉਹ ਮਨ ਨੂੰ ਥਿਰ ਕਰ ਦਿੰਦਾ। ਇਹ ਗਤੀ ਦੇ ਅਰਥ ਬਣਦੇ ਹਨ। ਵਿੱਚ ਹਉਮੈ ਕਰੀ ਦੁੱਖ ਰੋਈ, ਕਹੋ ਨਾਨਕ ਕਿਨ ਬਿਧ ਗਤੀ ਹੋਈ। ਹੁਣ ਇੱਥੇ ਵੀ ਗਤੀ ਦਾ ਅਰਥ 2 ਪਦਾਰਥ ਲੈਣ ਦਾ ਹੈ ਕਿ ਮੁਕਤੀ ਕਿਵੇਂ ਮਿਲੂਗੀ। ਮੁਕਤੀ ਤੋਂ ਬਾਅਦ 2 ਪਦਾਰਥ ਤੋਂ ਬਾਅਦ 2 ਅਗਲੇ ਪਦਾਰਥ ਮਿਲਣਗੇ। ਉਹ ਇਸ ਵੱਲ ਇਸ਼ਾਰਾ ਹੈ ਇਸ ਗਤੀ ਸ਼ਬਦ ਦਾ। ਕਹਿੰਦੇ ਕਿ ਜੋ ਅਵਸਥਾ ਪੂਰਨ ਬ੍ਰਹਮ ਦੀ ਹੈ ਉਹ ਕੋਈ ਹੋਰ ਨਹੀਂ ਦੱਸ ਸਕਦਾ। ਪੂਰਨ ਬ੍ਰਹਮ ਆਪ ਇਹ ਦੱਸਦਾ ਜੋ ਉਹਨੂੰ ਫਰਮਾਇਆ ਜਾ ਰਿਹਾ। ਉਸ ਤੋਂ ਅੱਗੇ ਉਹਨੂੰ ਵੀ ਹੁਕਮ ਨਹੀਂ ਹੈ ਬੋਲਣ ਦਾ। ਗੁਰੂ ਨਾਨਕ ਜੀ ਨੂੰ ਹੁਕਮ ਨਹੀਂ ਹੋਇਆ ਵਾਹਿਗੁਰੂ ਸ਼ਬਦ ਲਿਖਣ ਦਾ, ਸਿਰਫ ਭੱਟ ਗਿਆਨਦ ਜੀ ਨੂੰ ਹੋਇਆ ਸੀ ਹੁਕਮ। ਉਹਨਾਂ ਨੇ ਲਿਖਿਆ। ਜੇ ਕੋ ਕਹੇ ਪਿੱਛੇ ਪਛਤਾਏ, ਜੇ ਅਸੀਂ ਅੰਦਾਜ਼ੇ ਲਾ ਕੇ ਕੁਛ ਰਚਨਾਵਾਂ ਲਿਖਦੇ ਹਾਂ, ਹਿਸਟਰੀਜ਼ ਜਿਹੜੀਆਂ ਅਸੀਂ ਲਿਖੀਆਂ ਹੋਈਆਂ, ਉਹ ਪਛਤਾਉਣ ਵਾਲੀ ਗੱਲ ਹੈ, ਕਿਉਂਕਿ ਉੱਥੋਂ ਮੁਕਤੀ ਨਹੀਂ ਮਿਲਣੀ। ਅੱਜ ਕੱਲ੍ਹ ਤਾਂ ਵੈਸੇ 1-2 ਜਿਹੜੀਆਂ ਰਚਨਾਵਾਂ ਉਹਨਾਂ ਦਾ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸਿੱਖ ਜਗਤ 'ਚ ਵੀ ਉਹ ਰਚਨਾਵਾਂ ਵੜ ਕਿਵੇਂ ਗਈਆਂ। ਕੁਛ ਜਿਹੜੀਆਂ ਹੈ ਅਜੇ ਟੱਚ ਨਹੀਂ ਕਰ ਰਹੇ, ਉਹਨਾਂ ਦੇ ਆਪਾਂ ਗੱਲ ਕਰ ਲਾਂਗੇ। ਜੇ ਕੋ ਕਹੇ ਪਿੱਛੇ ਪਛਤਾਏ, ਕਿਉਂਕਿ ਜਿਹੜਾ ਕਹਿਣ ਵਾਲਾ ਉਹਦੀ ਅਵਸਥਾ ਉਹ ਨਹੀਂ ਹੈ। ਇਹ ਹੋਰ ਧਰਮਾਂ 'ਤੇ ਵੀ ਲੱਗ ਜਾਂਦੀ ਹੈ। ਜਿਨ੍ਹਾਂ ਨੇ ਮੰਨੀ ਹੈ ਜਾਂ ਤਾਂ ਉਹ ਆਪ ਲਿਖ ਦੇਣ, ਉਹੀ ਸੱਤ ਹੈ। ਜੇ ਕਿ ਕੋਈ ਹੋਰ ਵੀ ਕਾਜੀ ਵੀ ਅਰਥਾਉਂਦਾ ਹੈ, ਉਹਨੂੰ ਵੀ ਗੁਰਬਾਣੀ ਭਗਤ ਕਬੀਰ ਜੀ ਕਹਿੰਦੇ ਕਾਜੀ ਤੈਂ ਕਵਣ ਕਿਤੇ ਬਖਾਨੀ। ਤੈਨੂੰ ਕੀ ਪਤਾ ਪੂਰਨ ਬ੍ਰਹਮ ਦੀ ਅਵਸਥਾ ਕੀ ਹੈ, ਕੁਰਾਨ 'ਚ ਕੀ ਲਿਖਿਆ ਹੋਇਆ। ਤੂੰ ਤਾਂ ਸਿਰਫ ਹਦੀਸਾਂ ਪੜ੍ਹ ਕੇ ਇੱਕ ਆਪਣੀ ਉਹ ਬਣਾ ਲਈ ਹੈ ਮਰਿਆਦਾ, ਜਿਹਨੂੰ ਤੂੰ ਸ਼ਰ੍ਹਾ ਕਹੀ ਜਾਂਦਾ। ਉਹ ਕੁਰਾਨ ਤੋਂ ਤਾਂ ਬਿਲਕੁਲ ਉਲਟਾ ਹੈ। ਇਸ ਤਰ੍ਹਾਂ ਹੀ ਅਸੀਂ ਵੀ, ਸਾਡੇ ਅੰਦਰ ਵੀ ਕੁਛ ਇਹ ਹਿਸਟੋਰੀਕਲ ਟੈਕਸਟ ਆ ਗਏ ਹਨ ਜਿਹੜੇ ਬਿਲਕੁਲ ਗੁਰਬਾਣੀ ਤੋਂ ਉਲਟ ਚੱਲਦੇ ਨੇ। ਕਿਉਂਕਿ ਆਹ ਗੁਰਬਾਣੀ ਦਾ ਹੁਕਮ ਹੈ ਸਾਧਗੀ ਮਹਿਮਾ ਵੇਦ ਨਾ ਜਾਣੇ।
जो गुरबाणी च लिखिਆ ਉਹ ਸਾਰੀ ਗੱਲ नहीं लिखी साध ਦੀ ਮਹਿਮਾ ਕਿੰਨੀ ਕੁ ਹੈ। ਜੇਤਾ ਸੁਣੇ ਤੇਤਾ ਬਖਿਆਨਾ, ਜਿੰਨਾ ਕੁ ਉਹਨੂੰ ਸੁਣਿਆ, ਵੇਦ ਨੂੰ ਵੇਦ ਵੀ ਬੋਲਣ ਵਾਲੇ ਦਾ ਨਾਂ ਹੁੰਦਾ, ਉਨਾ ਕੁ ਬਖਿਆਨ ਕਰਕੇ ਬਾਅਦ ਚ ਲਿਖਿਆ ਵੀ ਜਾਂਦਾ, ਪਰ ਉਹ ਸਾਰੀ ਮਹਿਮਾ ਉਹ ਵੀ ਨਹੀਂ ਕਹਿ ਸਕਦਾ। ਆਪਾਂ ਨੂੰ ਪਤਾ ਹੀ ਹੈ ਵੀ ਜੇ ਸਾਰੀ ਧਰਤੀ ਦੀ ਆਪਾਂ ਕਾਗਜ਼ ਬਣਾ ਲਈਏ ਤੇ ਸਾਰੇ ਸਮੁੰਦਰ ਦੀ ਆਪਾਂ ਸਿਆਹੀ ਬਣਾ ਲਈਏ, ਕਬੀਰ ਜੀ ਨੇ ਦੱਸਿਆ ਹਰੀ ਜਸ ਲਿਖਣ ਨਾ ਜਾਈ। ਹਰੀ ਜਸ ਇੱਕ ਬਹੁਤ ਵੱਡੀ ਚੀਜ਼ ਹੈ, ਉਹ ਐ ਨਹੀਂ ਲਿਖੀ ਜਾਂਦੀ। ਹੁਣ ਆਪਾਂ ਥੋੜ੍ਹਾ ਹਿਸਟੋਰੀਕਲ ਪੱਖ ਲੈਂਦੇ ਹਾਂ। ਜੋ ਸਾਡੇ ਕੋਲ ਲਿਖਤ ਚੀਜ਼ਾਂ ਪਈਆਂ, ਉਹਨਾਂ ਨੂੰ ਜੇ ਅਸੀਂ ਗੁਰਬਾਣੀ 'ਚੋਂ ਪੜ੍ਹਦੇ ਹਾਂ, ਆਸਾ ਹੱਥ ਕਿਤਾਬ ਕੱਚ ਕੂਜਾ ਬਾਂਗ ਮਸੱਲਾ ਧਾਰੀ। ਹੁਣ ਆਸਾ ਸ਼ਬਦ ਦੇ ਅਰਥ ਡੰਡਾ ਹੋਏ ਹੋਏ ਨੇ। ਪੂਰੀਆਂ ਰਚਨਾਵਾਂ ਜਿੰਨੀਆਂ ਵੀ ਪੜ੍ਹ ਲਈ ਆਪਾਂ ਗੁਰਮਤਿ ਦੇ ਰਿਲੇਟਡ, ਕਿਤੇ ਵੀ ਆਸਾ ਸ਼ਬਦ, ਆਸਾ ਰਾਗ ਵਾਸਤੇ ਆਉਂਦਾ ਜਾਂ ਆਸ ਵਾਸਤੇ ਆਉਂਦਾ, ਡੰਡੇ ਦੇ ਅਰਥ ਕਿਤੇ ਨਹੀਂ ਹੋਏ। ਇਹ ਕਿਉਂ ਇਹਨੂੰ ਖਿੱਚ ਕੇ ਡੰਡੇ ਨਾਲ ਕੀਤਾ ਜਾ ਰਿਹਾ? ਫਿਰ ਉਹ ਕਿਤਾਬ ਕਿਹੜੀ ਹੈ ਜਿਹੜੀ ਕੱਛ 'ਚ ਦਿੱਤੀ ਹੋਈ ਹੈ? ਜੇ ਕੋਈ ਪੁੱਛੇਗਾ ਸਾਨੂੰ ਕੱਲ੍ਹ ਨੂੰ ਵੀ ਕੱਛ 'ਚ ਕਿਤਾਬ ਕਿਹੜੀ ਦਿੱਤੀ ਸੀ, ਉਹਦਾ ਨਾਂ ਦੱਸੋ। ਇਹ ਗੱਲਾਂ ਜਿਹੜੀਆਂ ਹਨ ਇਹ ਸਾਨੂੰ ਫਿਰ ਉਲਝਾਉਂਦੀਆਂ ਹਨ। ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਇਹ ਵੀ ਲਿਖਿਆ ਗੁਰੂ ਨਾਨਕ ਜੀ ਨੇ ਕਿਤੇ ਵੀ ਮੈਂ ਐਂ ਗਿਆ ਸੀ? ਇਹ ਅਸੀਂ ਕਿਆਫੇ ਕਿਉਂ ਲਾਈ ਜਾਂਦੇ? ਜੀਵਨ ਮਾਰੀ ਲੱਤ ਦੀ, ਜੀਵਨੀ ਕਿੱਥੋਂ ਨਾ ਆ ਗਿਆ? ਇਹਦਾ ਹੁਣ ਆਏਗਾ ਮਰਨ ਨਾ ਜੀਵਨ, ਜਿਹੜਾ ਆਪਾਂ ਪੜ੍ਹਾਂਗੇ ਉਹਦੇ ਵਿੱਚ ਆਉਂਦਾ ਇਹ ਸ਼ਬਦ। ਇਹ ਕਿਸੇ ਬੰਦੇ ਦਾ ਨਾਉਨ ਦੀ ਸੈਂਸ 'ਚ ਕਿਵੇਂ ਆ ਗਿਆ? ਇਹ ਕਿਤੇ ਨਹੀਂ ਆਇਆ ਪੂਰੀ ਗੁਰੂ ਕਿਸੇ ਵੀ ਰਚਨਾ 'ਚ ਇਹ ਸ਼ਬਦ ਕਿਸੇ ਬੰਦੇ ਦੇ ਨਾਂ ਲਈ ਨਹੀਂ ਆਇਆ। ਇਹ ਤਾਂ ਇੱਕ ਨਾਂ ਆਪਣਾ ਵਰਬ ਹੈ। ਲੱਤਾਂ ਵੱਲ ਖੁਦਾਏ ਦੇ ਕਿਉਂ ਕਰਪਾਇਆ ਹੋਏ ਬਜਗਾਰੀ, ਬਜਗਾਰੀ ਸ਼ਬਦ ਨਹੀਂ ਸਾਨੂੰ ਲੱਭਦਾ ਕਿਤੇ। ਫਿਰ ਆਉਂਦਾ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਇਹ ਸਭ ਜੋ ਹਨ ਜਾਂ ਤਾਂ ਗੁਰਬਾਣੀ 'ਚੋਂ ਸਿੱਧ ਹੋ ਜਾਣੇ ਗੱਲਾਂ। ਇਹ ਹਿਸਟਰੀ ਜਿਹੜੀ ਹੈਗੀ ਹੈ, ਇਹੀ ਜਿਹੀ ਹਿਸਟਰੀ ਗੁਰਬਾਣੀ ਨੇ ਕਿਹਾ ਹੈ, ਜੇ ਕੋ ਕਹੇ ਪਿੱਛੇ ਪਛਤਾਏ। ਅਸੀਂ ਤਾਂ ਗੁਰਮਤ ਸਮਝ ਕੇ ਆਪਣੀ ਮੁਕਤੀ ਦਾ ਰਸਤਾ ਲੱਭਣਾ। ਹੁਣ ਇੱਕ ਹੋਰ ਸ਼ਬਦ ਹੈ ਜਿਹਦਾ ਕਿ ਅਰਥ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆਇਆ। ਜਿਉਂ ਜਿਉਂ ਨਾਮਾ ਹਰੀ ਗੁਣ ਉਚਰੈ ਭਗਤ ਜਨਾ ਕੋ ਦਿਹੁਰਾ ਫਿਰੈ। ਹੁਣ ਇਹਦੇ ਅਰਥ ਮੈਂ ਲਿਖੇ ਹੋਏ ਜੋ ਅੱਜ ਤੱਕ ਟੀਕਾਕਾਰਾਂ ਨੇ ਇਹਨੂੰ ਸਮਝਿਆ। ਜਿਉਂ ਜਿਉਂ ਨਾਮਦੇਵ ਪ੍ਰਭੂ ਦਾ ਜਸ ਉਚਾਰਨ ਕਰਦਾ ਸੀ, ਤਿਉਂ ਤਿਉਂ ਹੀ ਮੰਦਰ ਸੰਤ ਸਰੂਪ ਪੁਰਸ਼ ਵੱਲ ਮੁੜ ਜਾਂਦਾ ਸੀ। ਇਹ ਕਿਹੜਾ ਮੰਦਰ ਹੈ? ਨਾਮਦੇਵ ਜੀ ਨੂੰ ਮੰਦਰ 'ਚ ਜਾਣ ਦੀ ਲੋੜ ਕੀ ਸੀ? ਉਹ ਤਾਂ ਕਹਿੰਦੇ ਨਾਮੇ ਸੋਈ ਸੇਵਿਆ ਜੋ ਦਿਹੁਰਾ ਨਾ ਮਸੀਤ। ਅਸੀਂ ਉਹਨਾਂ ਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਮੰਦਰ ਦੇ ਵਿੱਚ ਵੜੀ ਜਾਂਦੇ ਹਾਂ। ਜਿਉਂ ਜਿਉਂ ਨਾਮਦੇਵ ਪ੍ਰਭੂ ਦਾ ਜਸ ਉਚਾਰਨ ਕਰਦਾ ਸੀ, ਇਹ ਬਿਲਕੁਲ ਨਕਲ ਮਾਰੀ ਹੋਈ ਹੈ। ਫਰੀਦਕੋਟ ਵਾਲੇ ਟੀਕੇ ਦੇ ਆ ਰੈੱਡ ਅਰਥ, ਉੱਪਰ ਮਨਮੋਹਨ ਸਿੰਘ ਵਾਲੇ ਟਰਾਂਸਲੇਟਡ ਹੈ। ਹੁਣ ਪ੍ਰੋਫੈਸਰ ਸਾਹਿਬ ਸਿੰਘ ਵੀ ਇਹੀ ਲਿਖਦੇ ਆ, ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹੈ, ਉਸ ਮੰਦਰ ਭਗਤਾਂ ਦੀ ਖਾਤਰ, ਉਸਦੇ ਸੇਵਕਾਂ ਦੀ ਖਾਤਰ ਫਿਰਦਾ ਜਾ ਰਿਹਾ ਹੈ। ਉਹ ਕਿਹੜੇ ਸੇਵਕਾਂ ਦੀ ਗੱਲ ਹੋ ਗਈ? ਹੁਣ ਉੱਥੇ ਇੱਕ ਦੀ ਗੱਲ ਹੋ ਰਹੀ ਹੈ ਕਿ ਉੱਥੇ ਅਨੇਕਾਂ ਦੀ ਗੱਲ ਹੋ ਰਹੀ ਹੈ? ਅੰਗਰੇਜ਼ੀ ਵਾਲੇ ਵੀ ਐਜ਼ ਨਾਮਦੇਵ uttered the Lord's praises, so did the temple turn towards the saintly person। ਹੁਣ ਇਹਦੇ ਅਸਲੀ ਅਰਥ ਇਹ ਬਣ ਗਏ, ਜਿਉਂ ਜਿਉਂ ਨਾਮਦੇਵ ਜੀ ਦਾ ਜਿਹੜਾ ਮਨ ਹੈ ਉਹ ਨਾਮਾ ਹੈ। ਜਿਵੇਂ ਕਬੀਰ ਔਰ ਕਬੀਰਾ ਉਵੇਂ ਨਾਮ ਦੇ ਨਾਮਾ। ਹਰੀ ਗੁਣ ਉਚਰੈ, ਕਿਉਂਕਿ ਉਹ ਹਰੀ ਗੁਣ ਮਨ ਨੇ ਉਚਰਨੇ ਹੁੰਦੇ ਨੇ। ਭਗਤ ਜਨਾ ਕੋ ਦਿਹੁਰਾ, ਕਉ ਦਾ ਮਤਲਬ ਹੁੰਦਾ ਦਾ। ਜਿਹੜਾ ਭਗਤ ਜਨਾਂ ਨੇ ਦਿਹੁਰਾ ਮੰਨਿਆ, ਮਨ ਮੰਦਰ ਹੈ, ਉਹਦਾ ਇਹ ਗੱਲ ਨਿਰਾਕਾਰੀ ਹੈ ਸਾਰੀ। ਕੋਈ ਬਾਹਰ ਦਿਹੁਰਾ ਨਹੀਂ ਫਿਰਿਆ ਜਿਹਾ ਜਿਹਾ ਅਸੀਂ ਸਮਝਿਆ ਹੋਇਆ। ਇਹ ਸਿਰਫ ਉਹ ਮੱਕਾ ਫਿਰੇ ਦੇ ਤਾਂ ਲਿਖਾਇਆ ਗਿਆ ਲੱਗਦਾ, ਕਿਉਂਕਿ ਇਹ ਸ਼ਬਦ ਇੱਕ ਹੋਰ ਮੱਤ ਦੇ ਖਿਲਾਫ ਲੱਗਦਾ। ਉਹਨਾਂ ਨੇ ਕਿਹਾ ਇਹ ਥੋੜ੍ਹਾ ਵੀ ਤੁਹਾਡਾ ਮੰਦਰ ਹੀ ਫਿਰ ਗਿਆ, ਅਸੀਂ ਕਿਸੇ ਹੋਰ ਦੀ ਮੱਤ ਨੂੰ ਵੀ ਨੀਵਾਂ ਦਿਖਾਵਾਂਗੇ। ਉਹ ਅਸੀਂ ਇਸ ਤਰ੍ਹਾਂ ਪੋਲੀਟੀਕਲੀ ਉਹ ਚੀਜ਼ ਨੂੰ ਉਹ ਕੀਤਾ, ਔਰ ਅਸੀਂ ਵੀ ਕਹੀ ਜਾਂਦੇ ਹਾਂ ਵੀ ਇਹ ਐਂ ਹੋਇਆ। ਉਹਦਾ ਵੀ ਆਪਾਂ ਨਿਰਣਾ ਕਰ ਲਾਂਗੇ ਅੱਗੇ ਜਾ ਕੇ ਵੀ ਕੌਣ ਗਿਆ ਸੀ ਮੱਕੇ, ਕੌਣ ਨਹੀਂ ਗਿਆ ਸੀ। ਭਗਤ ਜਨਾਂ ਕੋ ਦੇ, ਭਗਤ ਜਨਾਂ ਦਾ ਜਿਹੜਾ ਦਿਹੁਰਾ ਮੰਨਿਆ ਹੋਇਆ, ਉਸ ਦੇ ਅਰਾਊਂਡ, ਉਸਦੇ ਆਲੇ ਦੁਆਲੇ ਉਹਦੀ ਸੁਰਤ ਫਿਰ ਰਹੀ ਆ। ਹੁਣ ਜਿਵੇਂ ਆਪਾਂ ਪੜ੍ਹਦੇ ਨਾ, ਭਵਰ ਤੁਮਾਰਾ ਏ ਮਨ ਹੋਵੋ ਹਰ ਚਰਨਾ ਹੋ ਕੌਲਾ। ਇਹ ਜਿਹੜਾ ਦਿਹੁਰਾ ਹੈਗਾ ਇਹ ਕੌਲਾ ਹੈ, ਔਰ ਜਿਹੜਾ ਭਵਰਾ ਹੁਣ ਉਹਦੇ ਆਲੇ ਦੁਆਲੇ ਫਿਰ ਰਿਹਾ। ਫਿਰੇ ਵਰਡ ਵਾਂਡਰਿੰਗ ਵਾਸਤੇ ਵੀ ਆਉਂਦਾ ਹੈ, ਨੈਗੇਟਿਵ ਵੀ ਆਉਂਦਾ ਹੈ। ਫਿਰੇ ਜੂ ਬੇਤਾਲਿਆ,
पर इत्थे जिहड़ा फिरे शब्द आ रहा है वो है कि लगातार हुण फिर रहा है। सो देहरे वाली जो गल है उन्होंने कबीर जी ने भी समझाया सी सानू, मन कर मक्का किबला कर देही। जिहड़ा मन है ये वो शहर दा नाम हैगा मक्का, मक्के दे विच किबला है। ये गल नामदेव जी कहने हैं। देवल मद है लींग अच्छ है कि वो जिहड़ा लींग है वही तो उसका मूल है, जिहदे जिहड़ा मूल सेंटर च है वही किबला है। जे मन वो काम करे भी किबले दे आले दाले फिरे, यही गल लिखी हुई है। भगत जना को देहरा, जिहड़ा भगत जना ने देहरा मन्निया होया है वो ते आले दाले सुरत नूं फिरना चाहिए। मन और जिहड़े बुद्धि हैं वो ਉਹਦੀ परिक्रमा करन। सो हुण ये गल एक होर साडे सामने आउंदी है। जदों असीं कबीर जी दे श्लोक पढ़दे हैं, कबीर हज काबे हों जाए था। कबीर जी ने मन्निया भी मैं हज काबे गया सी। ਉਹਦਾ ਤਾਂ ਉਲੇਖ ਕਿਸੇ ਇਹੋ ਜਿਹੀ ਰਚਨਾ 'ਚ ਮਿਲਦਾ ਨਹੀਂ ਜਿਵੇਂ ਗੁਰੂ ਨਾਨਕ ਜੀ ਦਾ ਮਿਲ ਰਿਹਾ ਆਪਾਂ ਨੂੰ। ਆਗੇ ਮਿਲਿਆ ਖੁਦਾਏ ਸਾਈਂ ਮੁੱਸਿਓਂ ਲੜ ਪਰਿਆ ਤੁਝ ਕਿਨ ਫਰਮਾਈ ਗਾਏ। ਉਹ ਕਹਿਣਾ ਇਹ ਚਾਹੁੰਦੇ ਆ ਕਿ ਮੈਂ ਖੁਦਾ ਨੂੰ ਮਿਲ ਚੁੱਕਿਆ। ਜਿਹੜੇ ਇਸ ਧਰਮ ਦਾ ਬੀੜਾ ਚੱਕੀ ਫਿਰਦੇ ਐ, ਡੋਂਡੀ ਪਿੜਦੇ ਆ ਵੀ ਸਾਡੇ ਕੋਲ ਇਹ ਧਰਮ ਹੈ, ਉਹਨਾਂ 'ਚੋਂ ਕਿਹਨੂੰ ਖੁਦਾ ਮਿਲਿਆ ਮੈਨੂੰ ਦੱਸੇ। ਖੁਦਾ ਸ਼ਬਦ ਗੁਰੂ ਦੇ ਵਿੱਚ ਮੇਲ ਹੈਗਾ। चार पदार्थों की गल कबीर जी कह रहे ने। दूसरी जगह उस तो अगले श्लोक च कहने कबीर हज काबे होए होए गया। वो तो आप ही कह रहे हैं भी मैं हज काबे गया सी। केती बार कबीर, एक बार नहीं गया। वो जेड़े लिखण वाले हैं कोई उन्होंने ये नहीं पता लग्या भी गुरबाणी च ये भी लिखिया होया भी किन्नी बार कबीर जी गए। नानक जी का जिक्र असी कोलों बनाया होया, नानक जी का जिक्र को गुरबाणी च नहीं आया। साईं मुझ में क्या खता मुख न बोले पीर। हुण ये गल दे मुकाबले जब आप कोई दूई गल करते हैं फिर आपां नूं उस गल का जवाब देना बहुत औखा हो जाता है। कलयुग बाबे तारिया सतनाम पढ़ मंत्र सुनाया। हुण इहदा अर्थ ये बनता है कि कोई लिखिया होया मंत्र सी उन्हां कोल पहलां दा ही। एक तां हुंदा ना जिहड़ा आपे पता होवे, पढ़ के तो वो सुनाईदा जिवें मैं तुहानूं पढ़ के सुना रहा, किते लिखी हुई है किसे दी रचना, भी किसे दी रचना चों सुनाया सी, शंका पैदा करदा। नमस्कार गुरदेव को सतनाम जिस मंत्र सुनाया। हुण ये भी कही जाने भी सतनाम मंत्र सुनाया। फिर कहने वाहगुरु सालाना गुर शब्द लाए। मैं उसे रचना नूं कंपेयर करके दस रहा भी आपा विरोध किन्ना है। जे असीं मनदे हां सानूं इन्हां सवालां दे जवाब गुरमत विचों लभणे पैणगे और ये लभणे सानूं औखे हो जाने आ। जिन्ने भी सतगुर पुरख दयाल होए वाहिगुरू सच मंत्र सुनाया। हुण इत्थे पढ़ के नहीं सुनाया, इत्थे शायद सीधा ही सुनाता। वेद के गोचरा वाहिगुरू गुर शब्द सुनाया। सिर्फ ज्ञानद भट्ट जी ने शब्द वरते है, होर किसी नूं परमेश्वर ने इस शब्द वरतन की आग्ञा ही नहीं लाई। उन्होंने सिर्फ एक भट्ट जी नूं दिता और वो क्यों पॉपुलर हो गया। परमेश्वर शब्द क्यों पॉपुलर नहीं होया ते पारब्रह्म शब्द क्यों पॉपुलर नहीं होया, जबकि गुरबाणी ब्रह्म ज्ञान है, वाहिगुरू गुरमंत्र है जब हमें खोई। हुण जपण दा अर्थ की हैगा, समझना हुंदा है कि रटना हुंदा है, और यही क्यों है। इस दे मुकाबले ते होर शब्द ये सिर्फ 13 बार 2 पन्नियां च ये शब्द सानू मिलता है, या 10वें पातशाह ने वाहिगुरू जी का खालसा लिखिया, वाहिगुरू जी की फतेह। इस तो इलावा सब तो ज़्यादा एक्सप्लेनेशन च पार ब्रह्म शब्द आउंदा साडे कोल, या परमेश्वर। वो क्यों नहीं नाम है। नाले वाहगुरू एक कंपाउंड वर्ड है, वाह और गुरु 2 शब्द ने। जिन्ने नाम गुरबाणी विच एज ए संज्ञा यूज हुए हैं, कोई भी कंपाउंड वर्ड नहीं है। सारे जिवें परमेश्वर है पार ब्रह्म है वो सिंगल वर्ड्स हैं। सो जिन्ने नाम हैं वो सिंगल वर्ड्स होंगे हैं। जाप बाणी विच सारे कीर्तन नाम आए हैं, वाहगुरू किते नहीं आया। शुरू वाहगुरू तो हुंदा वाहगुरू जी की फतेह, उस तो बाद वाहगुरू नहीं आया। ओंग आदि रूपे अनादि स्वरूपे लिखिया कि ओंग जो हैगा वो गुरमत का जो मुढ़ है, जिहड़ा एकंकार है, जिहड़ा एक है, उस तो अगे फिर ओंकार बनता। सो ये जिहड़ियां गल्लां दे जवाब है सानू गुरमत विचों लभणे औखे हो जाने हैं। फिर तां ही इस वाल इशारा जप जी हो चुकिया। तो उस तो बाद 9वें पातशाह ने की लिखिया। जब आप 9वें पातशाह
ਉਹਨਾਂ ਤੋਂ 60 ਸਾਲ ਬਾਅਦ ਇਹ ਲਿਖਦੇ ਹੈ, ਰਾਮ ਨਾਮ ਮੁਰਮੈ ਗਹਿਓ ਜਾ ਕੇ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਦੁਆਰੋ ਹੋਏ। ਇਹ ਅਖੀਰੀ ਸ਼ਲੋਕ ਹੈ। ਇਸ ਤੋਂ ਬਾਅਦ ਮੁਧਾਵਣੀ ਮਹੱਲਾ ਪੰਜਵਾਂ, ਉਹ ਪਹਿਲਾਂ ਲਿਖੀ ਹੋਈ ਹੈ ਰਚਨਾ, ਇਹ ਰਚਨਾ ਅਖੀਰ 'ਚ ਲਿਖੀ ਹੈ। ਨੌਵੇਂ ਪਾਤਸ਼ਾਹ ਕੋਲ ਸਾਰੇ ਭਗਤਾਂ ਦੀ, ਸਾਰੇ ਭੱਟਾਂ ਦੀ, ਸਭ ਦੀ ਬਾਣੀ ਸੀ। ਉਹਦਾ ਨਿਚੋੜ ਉਹਨਾਂ ਨੇ ਇਹ ਕੱਢਿਆ ਕਿ ਰਾਮ ਨਾਮ ਸਭ ਤੋਂ ਵੱਡੀ ਹਸਤੀ ਹੈ ਗੁਰਮਤ ਵਿੱਚ। ਰਾਮ ਨਾਮ ਇੱਕ ਐਂਟੀਟੀ ਹੈ, ਉਹਦੇ ਬਾਰੇ ਕੋਈ ਖੋਜ ਨਹੀਂ ਹੋਈ। ਕਾਂਸੀ ਨਾਭਾ ਜੀ ਨੇ ਰਾਮ ਨਾਮ ਬਾਰੇ ਇੱਕ ਲਾਈਨ ਨਹੀਂ ਲਿਖੀ। ਜਾ ਕੇ ਸਮ ਨਹੀਂ ਕੋਏ, ਉਹ ਕਹਿੰਦੇ ਉਹਦੀ ਤਾਂ ਬਰਾਬਰੀ ਨਹੀਂ ਹੈ। ਫਿਰ ਉਹ ਜਿਹੜਾ ਵਾਹਿਗੁਰੂ ਗੁਰੂ ਮੰਤਰ ਕਹਿੰਦੇ ਆ ਉਹ ਤਾਂ ਵੈਸੇ ਨਲੀਫਾਈ ਹੋ ਗਿਆ, ਇਸ ਰਚਨਾ ਨਹੀਂ ਕਰਤਾ। ਜੇ ਅਸੀਂ ਹੁਣ ਵੀ ਲੱਗੇ ਰਹਾਂਗੇ ਫਿਰ ਨੁਕਸਾਨ ਸਾਡਾ ਹੀ ਹੈ। ਇਸ ਸ਼ਲੋਕ ਵਿੱਚ ਨਾਨਕ ਦਾ ਨਾਮ ਵੀ ਨਹੀਂ ਆ ਰਿਹਾ। ਦੇਖੋ ਇਕੱਲਾ ਸ਼ਲੋਕ ਹੈ ਨੌਵੇਂ ਪਾਤਸ਼ਾਹ ਜੀ ਵਿੱਚ, ਨਾਨਕ ਨਹੀਂ ਲਿਖਿਆ। ਇਹ ਸਮਝੋ ਇੱਕ ਤਰ੍ਹਾਂ ਦਾ ਗੁਰਬਾਣੀ ਦਾ ਰਹਾਉ ਹੈ ਕਿ ਰਾਮ ਨਾਮ ਜੋ ਹੈਗਾ ਉਹ ਹਿਰਦੇ ਵਿੱਚ ਰਾਮ ਨਾਮ ਦੇ ਥਰੂ ਜਾ ਕੇ ਇੱਕ ਹੋਣਾ। ਭੀ ਤੂੰ ਹੈ ਸਾਲਾਹਣਾ ਆਖਣ ਲਹੇ ਨ ਚਾਓ, ਸਾਲਾਹਣਾ ਦੀ ਗੱਲ ਜਿੱਥੇ ਆ ਰਹੀ ਹੈ ਆਪਣੇ ਮੂਲ ਨੂੰ ਸੁਣਾਉਣ ਦੀ ਗੱਲ ਆ ਰਹੀ ਹੈ, ਕਿਸੇ ਅੱਖਰ ਨੂੰ ਰਟਣ ਦੀ ਗੱਲ ਹੀ ਨਹੀਂ ਆ ਰਹੀ ਗੁਰਬਾਣੀ 'ਚ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਚੌਥੇ ਪਾਤਸ਼ਾਹ ਕਿਉਂ ਕਹਿ ਰਹੇ ਮੋਕੋ ਰਾਮ ਨਾਮ ਪ੍ਰਗਾਸ? ਕਿਉਂਕਿ ਸਾਰੀ ਗੁਰਮਤ ਦੀ ਥਿਉਰੀ ਰਾਮ ਨਾਮ ਤੇ ਹੀ ਖੜੀ ਹੈ। ਰਿਜੀਅਰੇ ਗੁਰੂ ਨਾਨਕ ਜੀ ਦਾ ਸ਼ਬਦ ਹੈ, ਰਾਮ ਜਪਤ ਮਨ ਮਾਨ। ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਨਹੀਂ ਓਵਰਲੁੱਕ ਕਰ ਸਕਦੇ। ਜੇ ਅਸੀਂ ਕਿਸੇ ਚੀਜ਼ ਨੂੰ ਮੰਨਣਾ ਹੈ, ਸਾਡੇ ਕੋਲ ਇਹਨਾਂ ਸ਼ਬਦਾਂ ਦੇ, ਇਹਨਾਂ ਪੰਕਤੀਆਂ ਦੇ ਜਵਾਬ ਹੋਣੇ ਚਾਹੀਦੇ ਨੇ। ਜੇ ਨਹੀਂ ਹਨ ਫਿਰ ਅਸੀਂ ਕੋਈ ਰਚਨਾ ਇਹੀ ਜੀ ਨਹੀਂ ਮੰਨ ਸਕਦੇ। ਸਾਨੂੰ ਜਪਜੀ ਵਿੱਚ ਹੁਕਮ ਹੈ। ਇਸ ਤਰ੍ਹਾਂ ਹੀ ਅਸੀਂ ਇੱਕ ਹੋਰ ਆਪਣੇ ਕੋਲੋਂ ਹੀ ਬਣਾਇਆ ਹੋਇਆ ਕਿ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ। ਉਹ ਦਸਮ ਪਾਤਸ਼ਾਹ ਕਹਿੰਦੇ ਆਦਨ ਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਉਹ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਭਗਤਾਂ ਨੇ ਹਮਾਰਾ ਗੁਰੂ ਕੋਈ ਹੈ ਹੀ ਨਹੀਂ, ਦੁਨੀਆ ਵਿੱਚ ਗੁਰੂ ਹੈ ਹੀ ਨਹੀਂ। ਪਰ ਅਸੀਂ ਉਹਨਾਂ ਤੋਂ ਹੀ ਇਹ ਗੱਲ ਕਹਾਈ ਜਾਂਦੇ ਹਾਂ। ਇਹ ਵੀ ਜਿਹੜੀ ਸਾਡੀ ਗੱਲ ਹੈਗੀ ਹੈ ਇਹ ਸਾਨੂੰ ਗੁਰਮਤ ਤੋਂ ਦੂਰ ਕਰਦੀ ਹੈ। ਨਾਲੇ ਇਹਦਾ ਅਸਲੀ ਫਾਰਮ ਕਹਿੰਦੇ ਇਹ ਸੀਗਾ, ਅਕਾਲ ਪੁਰਖ ਕੇ ਹੁਕਮ ਤੇ ਪ੍ਰਗਟ ਚਲਾਇਓ ਪੰਥ। ਹੁਣ ਰੱਬੇ ਜਾਣਦਾ ਵੀ ਕੀ ਸੱਚਾਈ ਹੈ। ਨਾਲੇ ਇਹ ਕਿਤੇ ਲਿਖਿਆ ਹੋਇਆ ਥੋੜ੍ਹਾ ਹੀ ਹੈ, ਇਹ ਤਾਂ ਕਿਸੇ ਦਾ ਐਸਟੀਮੇਟ ਹੈ, ਇਸ ਤਰ੍ਹਾਂ ਹੋਊ, ਬਾਅਦ 'ਚ ਲਿਖ ਲਿਆ ਗਿਆ। ਸੋ ਇਹੀ ਜਿਹੀਆਂ ਰਚਨਾਵਾਂ ਜਿਹੜੀਆਂ ਹੈਗੀਆਂ ਅਸੀਂ ਦੂਰ ਰਹਿਣਾ। ਇਹਨਾਂ ਦਾ ਸਾਨੂੰ ਵਾਰਨਿੰਗ ਹੈਗੀ ਹੈ, ਮੰਨੇ ਕੀ ਗਤੀ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਅਸੀਂ ਉਸੇ ਹੀ 'ਚੋਂ ਖੋਜਣਾ ਸੀ, ਅਸੀਂ ਤਾਂ ਸੋਚ ਕੇ ਕੁਛ ਹੋਰੇ ਲਿਖਣਾ ਸ਼ੁਰੂ ਕਰਤਾ। ਹੁਣ ਅਗਲਾ ਜੋ ਚੈਪਟਰ ਸ਼ੁਰੂ ਹੋ ਰਿਹਾ, ਕਾਗਦ ਕਲਮ ਨਾ ਲਿਖਣ ਹਾਰ। ਕਹਿੰਦੇ ਜਿਹਨੇ ਸੁਣੀ ਹੈ ਉਹ ਤਾਂ ਲਿਖ ਸਕਦਾ ਵੀ ਉਹਨੂੰ ਕੀ ਸੁਣੀ ਹੈ। ਜੇਤਾ ਸੁਣੇ ਤੇਤਾ ਵਿਖਿਆਨੇ, ਉਹਦੇ ਵਾਸਤੇ ਤਾਂ ਪੰਕਤੀ ਹੈ। ਪਰ ਜੇ ਕੋਈ ਮੇਰੇ ਵਰਗਾ ਕਹੇ ਕਿ ਮੈਂ ਹੁਣ ਗੁਰੂ ਨਾਨਕ ਜੀ ਦੀ ਵਡਿਆਈ ਕਰਨ ਲੱਗ ਜਾ, ਪਹਿਲਾਂ ਤਾਂ ਕਿਸੇ ਮਹੱਲੇ ਦੀ ਵਡਿਆਈ ਹੋ ਹੀ ਨਹੀਂ ਸਕਦੀ। ਵਡਿਆਈ ਹਮੇਸ਼ਾ ਹੁਕਮ ਦੀ ਹੋਊਗੀ। ਮੰਨਣਾ ਅਸੀਂ ਹੁਕਮ ਹੈ, ਮੰਨਣਾ ਅਸੀਂ ਨਾਮ ਹੈ। ਕਿਸੇ ਮਹੱਲੇ ਨੂੰ ਅਸੀਂ ਨਹੀਂ ਮੰਨਣਾ। ਉਹ ਤਾਂ ਸਾਨੂੰ ਆਪ ਕਹਿ ਕੇ ਗਏ ਵੀ ਪਰਮੇਸ਼ਰ ਹੈ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ। ਇਹਦਾ ਸਬਜੈਕਟ ਹੈ ਸਾਡਾ। ਇਹਨੂੰ ਛੱਡ ਕੇ ਅਸੀਂ ਨਾਨਕ ਜੀ ਦਾ ਜੇ ਨਾਂ ਆਉਂਦਾ ਉਹ ਤਾਂ ਦੱਸ ਰਹੇ ਹੈ ਕਿ ਉਹਨਾਂ ਨੂੰ ਇਹ ਤੁਰਕੀ ਬਾਣੀ ਤੋਂ ਪਤਾ ਲੱਗਿਆ। ਇਹ ਪ੍ਰੂਵ ਕਰਦੀ ਹੈ ਕਿ ਉਹ ਬੁਲਾਏ ਬੋਲ ਰਹੇ ਨੇ। ਸੋ ਕਾਗਦ ਕਲਮ ਦੇ ਲੈ ਕੇ ਕੋਈ ਲਿਖਣਹਾਰ ਬਣ ਜਾਂਦਾ ਹੈ ਔਰ ਉਹ ਗੱਲ ਕਰੇ, ਮੰਨੇਗਾ, ਉਹ ਕਿਸੇ ਭਗਤ ਦੇ ਬਾਰੇ ਦੱਸੇ, ਉਹ ਕਿੰਨਾ ਕੁ ਦੱਸ ਦੇਗਾ। ਜਿਹੜਾ ਅਸੀਂ ਸੁੱਤੇ ਪਏ ਹਾਂ, ਅਸੀਂ ਜਾਗਿਆ ਹੋਇਆਂ ਦੀ ਕੀ ਅਵਸਥਾ ਦੱਸ ਦਾਂਗੇ? ਸੁੱਤਾ ਹੋਇਆ ਨਹੀਂ ਦੱਸ ਸਕਦਾ। ਉਹ ਤਾਂ ਇੱਕ ਆਪਣਾ ਅੰਦਾਜ਼ਾ ਲਾ ਸਕਦਾ। ਸੁਪਨੇ 'ਚ ਬਰੜਾਏ ਰਿਹਾ ਉਹ ਭਗਤ ਤਾਂ ਜਾਗ ਕੇ ਬੋਲੇ ਹੋਏ। ਸੁਪਨੇ ਦਾ ਜਿਹੜਾ ਬਰਣਾਉਣਾ ਹੈਗਾ ਉਹ ਸਾਨੂੰ ਕਿਤੇ ਨਹੀਂ ਲਿਜਾਂਦਾ। ਇਹ ਇੰਟਰਨੈਟ 'ਤੇ ਪਿਆ ਹੈਗਾ ਕਿ the origin of Bible are cloaked in mystery, when was it written, who wrote it, ਫਿਰ the four gospels that। ਮੈਨੂੰ ਲੱਗਦਾ ਕਿ ਉਹ ਜਿਹੜੀ ਪੰਕਤੀ ਆਪਾਂ ਪੜ੍ਹ ਰਹੇ ਹਾਂ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾਲ ਲਿਖਣ ਹਾਰ। ਜਿਹੜੇ ਪਿੱਛੇ ਕੁਛ ਇਹੋ ਜਿਹੇ ਹਿਸਟਰੀ 'ਚ ਗੱਲਾਂ ਹੋਈਆਂ ਉਹਨਾਂ ਬਾਰੇ ਸਾਨੂੰ ਤਾੜਨਾ ਕੀਤੀ ਹੋਈ ਹੈ। ਇਹ ਗੱਲਾਂ ਲਿਖੀਆਂ ਹੀ ਮਿਲ ਜਾਂਦੀਆਂ ਹੁਣ ਕਿ ਮੈਥਿਊ, ਮਾਰਕ, ਲੂਕ ਐਂਡ ਜੌਨ। ਮਾਰਕ ਇਜ਼ ਦਾ ਅਰਲੀਐਸਟ ਪ੍ਰੋਬੇਬਲੀ ਰਿਟਨ ਬਿਟਵੀਨ 70 and 75। ਜੀਸਸ ਤੋਂ 50 ਸਾਲ ਬਾਅਦ ਕੋਈ ਜੀਸਸ ਜੀ ਬਾਰੇ ਦੱਸ ਰਿਹਾ। ਇਹ ਗੱਲ ਗੁਰਮਤ ਕਹਿੰਦੀ ਇਹ ਠੀਕ ਨਹੀਂ, ਕਿਉਂਕਿ ਜਾਂ ਤਾਂ ਉਹੀ ਲਿਖਦੇ ਕਾਗਦ ਕਲਮ ਨਾ ਲਿਖਣ ਹਾਰ, ਇਹੋ ਜਿਹਾ ਲਿਖਣ ਹਾਰ
कबूल नहीं है भी वो किसी मन्ने किसी पूर्ण ब्रह्म की अवस्था दसन लग जाए, वो तो कुछ भी नहीं दस सकता। जॉन्स गॉस्पल इज़ द लेटेस्ट, यूजली डेटेड अराउंड 95। कहने का भाव उन्हों के जान तो, जीसस जी के जान तो लगभग 100 साल बाद वो बंदे उन्होंने मिले भी नहीं। इस तरह ही जो साढ़े कोल कुछ टैक्सट हैं वो किहड़े मिले हैं। बाबा गया बगदाद नूं, किहने दस्सिया? गुरु अंगद ने तो दस्सिया नहीं सानू। ये गुरु अंगद जी नूं दसना चाहिए सी, क्योंकि वो गुरु नानक जी के नाल रहे हैं। ਜਿਹੜੇ गुरु नानक जी तो घट्टो घट्ट 100-150 साल बाद कुछ दसना चाहुंदे हैं, वो किवें दस देणगे? सो ये गल्लां दा सानू इस पौड़ी विच वार्निंग हैगी है, तां ही आपां डिस्कस कर रहे हैं। इस तरह ही कुरान के बारे भी कहा कि उन्होंने आप तो इकट्ठी कर नहीं सके, किसी होर ने, कोई जैद इबिन थाबित सीगा, उन्हें इकट्ठी की है। आ सारी इन्फॉर्मेशन उन्होंने साइटों तो ही मैं इकट्ठी करी है। अनदर वर्जन वाज कमिशनड बाय द थर्ड खलीफा, एंड फिर वो भी कहने हैं फाइनली मेक ए स्टैंडर्ड वर्जन आफ्टर सॉ सम स्लाइट डिफरेंस इन वर्डिंग एंड प्रोनाउंसिएशंस। सो कहने का भाव यह है कि जो पूर्ण ब्रह्म है वो जो गाथा लिखनी होंदी है वो आपे लिख के जाते, किसी नूं जिम्मेवारी नहीं दिंदे भी तुसी मेरे बिहाफ ते लिखो। किसी भी भगत ने ऐ नहीं किसी होर तो रचना लिखाई है, उन्होंने अपनी रचना आप अपना नाम विच पा के लिखी हुई है। वो तो पता लगता कि प्रेजेंट टाइम च लिखी सी। ते एक सानू ये भी इंटरनेट तो इन्फॉर्मेशन मिलती है कि सिख कम्यूनिटी च प्रॉब्लम शुरू हो गई सी कि one of the Sikh community disputes following Guru Ramdas ji was the emergence of new hymns claiming to have been composed by Nanak। अजे भी काफ़ी ਇਹੋ ਜਿਹੇ ਸਾਡੇ ਕੋਲ शब्द पए हैं बाहर ਜਿਹੜੇ कहने गुरु नानक जी ਦੇ लिखे हैं, पर बाणी च नहीं है। ਉਹ ਕਿਹਨੇ शरारत नाल लिखे हैं कि पंजवें पातशाह नूं इन्ना पता नहीं सी कि किहड़े गुरु नानक जी दे शब्द हैं, क्योंकि वो तो एक तो दूसरे नूं पोथी जाती रही है। सो वो अपनी पोथी पूरी करके अगले महल्ले नूं दे के जाते रहे हैं। सो इस तरह दीयां गल्लां जिहड़ियां हुंदियां सी, कोई शरारती अंसर हमेशा ही करते रहंदे हुंदे हैं। हुण अखीर च कहने हैं भी ऐसा नाम निरंजन होई। हुण नाम निरंजन की गल करनगे, की हुंदा है भाई? नाम निरंजन पैदा कित्थों हुंदा? नाम निरंजन हुंदा सुनिया, जिहदे कोल ज्ञान होवे तो वो सत संतोख पैदा करे, जिन्हें इशनान किया होवे, अपने अंदर एकता 68 का इशनान, 8 गुणा नाल 60 पै गई होवे, 4 पदार्थ प्राप्त कर ले हुण, पढ़ पढ़ पावें मान, जिन्हें को वेद पढ़िया होवे, वेद पढ़ के विचारिया होवे, उस तो बाद पूर्ण ब्रह्म होया होवे, फिर उन्होंने पार ब्रह्म की अवस्था मिली होवे, लागे सहज ध्यान। कहने का भाव पूर्ण ब्रह्म तो ध्यान एकाग्र हो के फिर 4 पदार्थ मिलते हैं। वो ध्यान रखना पैंदा, शब्द सुरत का मेल तां हुंदा है। नानक भगतां सदा विकास, ये कहने भी भगतां नूं सुनिए भाई, सुने दुख पाप का नाश। जो नाम निरंजन है वो सुने और नाम निरंजन एक ही चीज़ है, और आह इन्ने गुण होने चाहिए हैं, पर एक गुण शुरू होंदे हैं मनण तो। मन्ने की गति कही ना जाए, मनण वाले को 2 पदार्थ हैं, नाम निरंजन तक उहदे कोल 4 पदार्थ आ जाते हैं। ये गल सानू गुरबाणी बार बार दसदी है। जे को मन जाने, जे कोई मन लवे नाम नू, जिहड़ा ज्ञान है, ज्ञान का बद्धा मन रहे, मन करके मन्ने, ताकि मन गति च आ जाए, मन थिर हो जाए। इहदे बारे गुरु नानक जी ने सानू समझाया है, मन्ने नाउ सोई जिन जाए, और ही कर्म ना लेखे लाए। होर कोई कर्म जिहड़ा हैगा धर्म के नाम ते कीता जावे, वो किसी लेखे च नहीं पैंदा। नानक लेख्या एक गल, वो किहड़ी है? मन्ने नाउ सोई जिन जाए। सो अज आपां इत्थे समाप्ति करते हैं। वाहगुरू जी का खालसा, वाहगुरू जी की फतेह।